ਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ गुर प्रसाद। कोट पराध हमारे खंडो अनक विधि समझावो। हम अज्ञान अलप मत थोड़ी तुम अपन बिरद रखावो। तुमरी शरण तुम्हारी आसा तुम ही सजन सुहेले। राखो राखण हार दयाला नानक करके गोले। जी राखो राखण हार दयाला नानक करके गोले। वाहिगुरु जी का खालसा वाहिगुरु जी की फतेह। धन धन श्री गुरु ग्रंथ साहिब महाराज जिन्हां दी अपार बख्शिश रहमत हुई है। सतगुरु ने सवास बख्शे हैं और सत संगत दी घड़ियां बख्शियां हैं। ये सब दे वड्डे भाग हैं। आओ कुछ समा गुरु नानक पातशाह दी वो अमृतमई बाणी जिथों सिक्खी सिद्धांत उस मूल मंत्र तो आरंभता हुंदी है असी विचारन दा यतन करिए। सतगुरु मैं होमे तो बचा के आप रसना ते बैठ के सतगुरु जो गुरबाणी राही उपदेश अज सतगुरु ने सेवा लैनी है। आप सारे माई भाई मनोबिरतियां एकागर करिए ते सतगुरु के चरणों में अरदास करिए। सतगुरु आप ही कृपा करके सोझी पाओ। वाहिगुरु जी का खालसा वाहिगुरु जी की फतेह। संसार विच जदों गुरु नानक पातशाह दी आमद हुई उस वेले संसार दे विच अंध विश्वास भरम कर्म कांड ये सब चीज़ां धर्म के नाम तो चल रही सन। तो परमात्मा ने देखा कि इस संसार दे विच मेरे तक पहुँचण का तो कोई रस्ता ही इन्हां नूं नहीं प्राप्त हो रहा। जिहड़े विचोले ने वो आप अपनी दुकानां चलाउण वास्ते परमात्मा दे मार्ग तो सब नूं भटका रहे ने ते परमात्मा दा चित कीता कि संसार विच आके उस खलकत नूं जो कुराहे पई हुई है उसनूं धर्म का मार्ग दसिया जावे। तो गुरु नानक पातशाह की आमद महाराज कहते ने आप नारायण कला धार जग में परवरियो। निरंकार आकार जोत जग मंडल करियो। इस तरह जानो जिस तरह निरंकार ने आप रूप धार के गुरु नानक दा संसार दे विच आमद हुई है। और गुरु नानक पातशाह दी अकाल पुरख वालों एक ड्यूटी लगी कि घर घर जाके तुसी उस परमात्मा दे नाम दा होका देना है। तां ही गुरु नानक दे घर दे विचों यही आवाज़ आंदी है ए अहेरा कीनो दान नानक के घर केवल नाम। इत्थे नाम दी गल हुंदी है। तो गुरु नानक पातशाह ने जद संसार विच विचरण वास्ते उस अकाल पुरख वाहिगुरु के चरणों में बेनती की है परमात्मा मेरे ते कृपा करो। तुसी ते क्या संसार विच जो कुराहे पे हुए हैं जो कर्म कांड अंध विश्वास फैलिया है ते मैं उन्होंने किस तरह जाके ठीक करा। मनु भी कोई खजाना बख्शो कोई रास पूंजी बख्शो। ये गुरु नानक पातशाह की निमरता है
ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ। ਤੋ ਆਪ ਇਤਿਹਾਸ ਜਾਣਦੇ ਹੋ, ਉਹ ਦਵਾ, ਉਹ ਨਾਮ ਦੀ ਪੂੜੀ ਜੋ ਸੰਸਾਰ ਵਿੱਚ ਵੰਡਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਵਹੀ ਨਦੀ, ਜੋ ਕਿ ਸੁਲਤਾਨਪੁਰ ਲੋਧੀ, ਉੱਥੇ ਮਹਾਰਾਜ ਨਦੀ ਵਿੱਚ ਜਾ ਕੇ ਇਤਿਹਾਸ ਦੱਸਦਾ ਹੈ ਕਿ 3 ਰਾਤਾਂ ਤੇ 2 ਦਿਨ ਗੁਰੂ ਨਾਨਕ ਪਾਤਸ਼ਾਹ ਉਸ ਵਹੀ ਨਦੀ ਦੇ ਵਿੱਚ ਗਏ। ਆਸ-ਪਾਸ ਸਗੇ ਸੰਬੰਧੀ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਰੁੜ ਗਏ ਹਨ, ਪਰ ਬੇਬੇ ਨਾਨਕੀ ਦਾ ਵਿਸ਼ਵਾਸ ਸੀ ਕਿ ਗੁਰੂ ਨਾਨਕ ਪਾਤਸ਼ਾਹ ਰੁੜੇ ਨਹੀਂ, ਇਹ ਤੇ ਰੁੜਿਆਂ ਹੋਇਆਂ ਨੂੰ ਵੀ ਤਾਰਨ ਵਾਸਤੇ ਆਏ ਨੇ। ਤੋ ਸਮਾਂ ਹੋ ਗਿਆ, ਗੁਰੂ ਨਾਨਕ ਪਾਤਸ਼ਾਹ ਵਹੀ ਨਦੀ ਤੋਂ ਬਾਹਰ ਆਏ। ਇਹ ਜੋ ਬਖਸ਼ਿਸ਼ ਸਾਨੂੰ ਪ੍ਰਾਪਤ ਹੋਈ ਹੈ ਮੂਲ ਮੰਤਰ ਦੇ ਰੂਪ ਵਿੱਚ, ਮੂਲ ਤੋਂ ਭਾਵ ਹੁੰਦਾ ਹੈ ਕਿ ਮੁੱਢ, ਆਦਿ। ਸਾਡਾ ਜੋ ਬੀਜ ਮੰਤਰ ਹੈ ਨਾ, ਉਹ ਵੇ ਇੱਕ ਓੰਕਾਰ। ਥੋੜਾ ਜਿਹਾ ਉਚਾਰਨ ਆਪ ਵੀ ਜਿਨ੍ਹਾਂ ਨੂੰ ਪਤਾ ਹੈ ਮੁਬਾਰਕ ਹੈ, ਜਿਹੜੇ ਅਕਸਰ ਪਾਠ ਕਰਦੇ ਹਨ ਔਰ ਗਲਤੀ ਕਰਦੇ ਹਨ, ਮੈਨੂੰ ਖਿਮਾ ਕਰ ਦੇਣਾ। ਮੁੱਢਲੇ ਸਿਧਾਂਤ ਨੂੰ ਜੇ ਸਮਝਣਾ ਹੈ ਤੇ ਉਚਾਰਨ ਵੀ ਸਾਡਾ ਠੀਕ ਹੋਣਾ ਲਾਜ਼ਮੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਉਹ ਜਿਹੜਾ ਮੂਲ ਮੰਤਰ, ਦੇਖੋ ਇਹ ਵੀ ਭਰਮ ਵਹਿਮ ਸਾਡੇ 'ਚ ਪਾ ਦਿੱਤੇ ਕਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਤੱਕ। ਨਹੀਂ, ਜਿਹੜੇ ਵਹੀ ਨਦੀ ਵਿੱਚ ਮਹਾਰਾਜ ਗਏ ਤੇ ਉਸ ਵੇਲੇ ਪਰਮਾਤਮਾ ਵੱਲੋਂ ਜੋ ਦਾਤ ਬਖਸ਼ਿਸ਼ ਹੋਈ ਉਹ ਮੂਲ ਮੰਤਰ ਦੀ ਹੋਈ ਹੈ, ਉਹ ਗੁਰੂ ਪ੍ਰਸਾਦ ਤੱਕ ਹੈ। ਅੱਗੋਂ ਬਾਣੀ ਦਾ ਨਾਮ ਹੈ ਜਪ, ਜਿਹਨੂੰ ਅਸੀਂ 2 ਅੱਖਰ ਲਾ ਕੇ ਜਪ ਜੀ ਸਾਹਿਬ ਕਹਿੰਦੇ ਹਾਂ। ਵੈਸੇ ਬਾਣੀ ਦਾ ਨਾਮ ਜਪ ਹੈ। ਜੇ ਤਤਕਰੇ 'ਚ ਵੇਖੋ ਜਾ ਕੇ ਤੇ ਉੱਥੇ ਇਸ ਬਾਣੀ ਦਾ ਨਾਮ ਜਪ ਨਿਸ਼ਾਨ ਵੀ ਆਇਆ ਹੈ। ਸੋ ਇਹ ਅਲੱਗ ਵਿਸ਼ਾ ਹੈ। ਤੋ ਗੁਰੂ ਨਾਨਕ ਪਾਤਸ਼ਾਹ ਨੇ ਉਹ ਮੂਲ ਮੰਤਰ ਦੀ ਦਾਤ ਕਿ ਇਸ ਦੇ ਵਿੱਚ ਸਭ ਤੋਂ ਪਹਿਲਾਂ ਉਚਾਰਨ ਅਸੀਂ ਸ਼ੁੱਧ ਕਰਨਾ ਹੈ। ਇੱਕ ਓੰਕਾਰ, ਇਹ 3 ਅੱਖਰਾਂ ਦਾ ਸੁਮੇਲ ਹੈ। ਖਾਲੀ ਇੱਕ ਨਹੀਂ ਲਗਾਇਆ, ਓਮ ਨਹੀਂ ਲਗਾਇਆ, ਕਾਰ ਵੀ ਹੈ। ਇੱਕ ਓਮਕਾਰ। ਤੋ ਗੁਰੂ ਨਾਨਕ ਪਾਤਸ਼ਾਹ ਨੇ ਇਹ ਬੀਜ ਮੰਤਰ ਪਰਮਾਤਮਾ ਕੋਲ ਲਿਆ, ਫਿਰ ਇਸ ਨੂੰ ਅੱਗੇ ਆਪਣੀ ਬਾਣੀ ਦਾ ਨਾਮ ਜਪ ਦੇ ਕੇ, ਇਹਨੂੰ ਮੰਗਲਾਚਰਨ ਵੀ ਕਹਿੰਦੇ ਨੇ। ਅੱਗੋਂ ਫਿਰ ਜਪ ਤੋਂ ਬਾਅਦ ਸਲੋਕ ਹੈ, ਆਦ ਸੱਚ ਜੁਗਾਦ ਸੱਚ। ਕੋਈ ਸਾਡੇ ਕੋਲੋਂ ਪੁੱਛੇ ਕਿ ਜਪਜੀ ਸਾਹਿਬ ਵਿੱਚ ਸਲੋਕ ਕਿੰਨੇ ਨੇ, ਤੇ 2 ਸਲੋਕ ਨੇ। ਮੈਂ ਮੁੱਢਲੀ ਜਾਣਕਾਰੀ ਤਾਂ ਸਾਂਝ ਕਰ ਰਿਹਾ ਕਿ ਅੱਜ ਮੂਲ ਮੰਤਰ ਦੀ ਵਿਚਾਰ ਆਰੰਭ ਹੋਣੀ ਹੈ। ਮਹਾਰਾਜ ਕਿਰਪਾ ਕਰਨ ਕਿ 5, 4 ਜਾਂ 6 ਹਫ਼ਤਿਆਂ ਵਿੱਚ ਜਿੰਨਾ ਸਮਾਂ ਗੁਰੂ ਸਾਹਿਬ ਬਖਸ਼ਿਸ਼ ਕਰਨਗੇ, ਅਸੀਂ ਇਹਨੂੰ ਖੋਲ ਕੇ ਵਿਚਾਰਨ ਦਾ ਯਤਨ ਕਰਾਂਗੇ, ਕਿਉਂਕਿ ਸਾਡਾ ਮੁੱਢਲਾ ਸਿਧਾਂਤ ਹੈ ਔਰ ਅਸੀਂ ਬਾਣੀ ਪੜ੍ਹਨੇ ਆ। ਜਦੋਂ ਸਮਝ ਆ ਜਾਏਗੀ ਤੇ ਮੈਂ ਕਹਿੰਦਾ ਵਾਂ ਕਿ ਅਸੀਂ ਮੂਲ ਮੰਤਰ ਦੇ ਗਹਿਰਾਈ ਵਿੱਚ ਜਾਵਾਂਗੇ ਤੇ ਬੜਾ ਹੀ ਆਨੰਦ ਵੱਜੇਗਾ, ਕਿਉਂਕਿ ਬਾਣੀ ਸਾਨੂੰ ਸਮਝ ਆਵੇਗੀ, ਫਿਰ ਪਿਆਰ ਗੁਰੂ ਦੇ ਨਾਲ ਵਧੇਗਾ ਸਾਡਾ। ਤੇ ਗੁਰੂ ਸਾਹਿਬ ਨੇ ਇਸ ਬਾਣੀ ਦਾ ਜੋ 2 ਸਲੋਕ ਨੇ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਸਲੋਕ ਇਹਦੇ ਸੇਮ ਵੀ ਆਉਂਦਾ ਹੈ ਜੋ ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ, ਪਰ ਉੱਥੇ ਹੈ ਪੇ ਸੱਚ, ਨਾਨਕ ਹੋਸੀ ਪੇ ਸੱਚ। ਬਰਾਬਰੀ ਨਹੀਂ ਹੈ, ਵੱਡੇ ਗੁਰੂ ਨੇ, ਜੋਤ ਹੋਈ ਹੈ, ਪਰ ਇਹ ਨਿਮਰਤਾ ਦੀ ਬਹੁਤ ਵੱਡੀ ਨਿਸ਼ਾਨੀ ਹੈ, ਜਿਹਦੇ ਵਿੱਚ ਗੁਰੂ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਦੀ ਉਸ ਨੂੰ ਥੋੜ੍ਹੇ ਜਿਹੇ ਅੱਖਰ ਵਿੱਚ ਭਾਵ ਹੋਈ ਹੈ। ਤੋ ਗੁਰੂ ਨਾਨਕ ਪਾਤਸ਼ਾਹ ਨੇ ਇਹ ਮੂਲ ਮੰਤਰ ਲੈ ਕੇ 2 ਸਲੋਕ ਤੇ 38 ਪੌੜੀਆਂ ਤੇ 1 ਮੰਗਲਾਚਾਰ ਲਗਾ ਕੇ ਇਸ ਬਾਣੀ ਨੂੰ ਤਿਆਰ ਕੀਤਾ। ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਲ ਮੰਤਰ ਦੇ 4 ਤਰ੍ਹਾਂ ਦੇ ਸਰੂਪ ਦੇ ਦਰਸ਼ਨ ਹੁੰਦੇ ਹਨ। ਧਿਆਨ ਦੇਣਾ, ਆਪ ਨੋਟ ਵੀ ਕਰ ਲਓ। 4 ਸਰੂਪ ਦਰਸ਼ਨ ਹੁੰਦੇ ਨੇ, ਜਿਹੜੇ ਸਹਿਜ ਪਾਠ ਕਰਦੇ ਨੇ ਉਹਨਾਂ ਦੀ ਇਹ ਨਾਲਜ ਵਿੱਚ ਹੈ। ਜਦੋਂ ਵੀ ਵਾਰਾਂ, ਪੌੜੀਆਂ, ਕੋਈ ਰਾਗ ਨਵਾਂ ਆਰੰਭ ਹੋਣਾ ਹੈ, ਭਗਤ ਦੀ ਬਾਣੀ ਆਰੰਭ ਹੋਣੀ ਹੈ,
ਗੁਰੂ ਸਾਹਿਬ ਨੇ ਮੰਗਲਾ ਚਰਨ ਦੇ ਰੂਪ ਵਿੱਚ 4 ਸਰੂਪਾਂ ਦੇ ਵਿੱਚ ਮੰਗਲਾ ਚਰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਹਨ ਕਿ ਸਾਡਾ ਮੁੱਢਲਾ ਜਿਹੜਾ ਮੁੱਢ ਸਿਧਾਂਤ ਹੈ ਨਾ, ਮੂਲ ਹੈ ਜਿਹੜਾ ਮੂਲ, ਉੱਥੋਂ ਮਤਲਬ ਕਿ ਸਾਡਾ ਧਿਆਨ ਹਰ ਵਾਰੀ ਗੁਰੂ ਸਾਹਿਬ ਬਾਣੀ ਆਰੰਭ ਕਰਨ ਤੋਂ ਪਹਿਲਾਂ ਇਸ ਸਿਧਾਂਤ ਨੂੰ ਜੇ ਅਸੀਂ ਪਕੜ ਕਰ ਲਈਏ ਨਾ, ਇਸ ਸਿਧਾਂਤ ਨੂੰ ਜੇ ਅਸੀਂ ਆਪਣੇ ਕੌਨਸ਼ੀਅਸ ਮਾਈਂਡ ਵਿੱਚ ਪਾ ਲਈਏ ਨਾ ਇੱਕ ਵਾਰੀ, ਤੇ ਫਿਰ ਸਾਨੂੰ ਇਹ ਸਾਰੀ ਬਾਣੀ ਸਮਝਦਿਆਂ ਕੋਈ ਔਖਿਆਈ ਨਹੀਂ ਹੋਣੀ। ਤੱਤ ਹੈ ਨਾ ਜਿਹੜਾ, ਉਹ ਇੱਕ ਓੰਕਾਰ ਹੈ, ਬੀਜ ਮੰਤਰ। बीज मंत्र सर्व को ज्ञान चो वर्णा में जपे कौ नाम। देखो ये मूल है, एक ओंकार का जिहड़ा विस्तार है ना, वो मूल मंत्र है, ते मूल मंत्र का विस्तार श्री गुरु ग्रंथ साहब ने महाराज। फिर नोट करो, एक ओंकार का विस्तार जिहड़ा है ना, वो मूल मंत्र है, जिहड़ा परमात्मा एक है, सर्व व्यापक है, ਉਹਦੇ ਜਿਹੜੇ ਗੁਣ ਨੇ 8 ਉਹ ਵਿਸਤਾਰ ਹੈ। ਤੇ ਇਹਨਾਂ ਗੁਣਾਂ ਦੀ ਸਾਰਾ ਖੁਲਾਸਾ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਹੈ ਉਹ ਸਾਰੀ ਮੂਲ ਮੰਤਰ ਤੋਂ ਹੈ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਰਹਾਉ ਦਾ ਬੰਦ ਹੈ, ਜਿਸ ਹਰ ਸ਼ਬਦ ਵਿੱਚ ਇੱਕ ਰਹਾਉ ਹੁੰਦਾ ਹੈ, ਰਹਾਉ ਮੰਨਦਾ ਰੁਕ ਜਾਓ, ਠਹਿਰੋ, ਇਹਦੇ ਉੱਤੇ ਵਿਚਾਰ ਕਰੋ। ਹਰ ਸ਼ਬਦ ਦੇ ਵਿੱਚ ਰਹਾਉ ਹੁੰਦਾ ਬੰਦ, ਤੇ ਜਿੱਥੇ ਨਹੀਂ ਹੋਏਗਾ ਉਸ ਪੌੜੀ ਦੇ ਅੰਦਰ ਖੀਰ ਵਿੱਚ ਉਹ ਰਹਾਉ ਬੰਦ ਹੋਏਗਾ। तो गुरु नानक पातशाह ने रहाओ बंद है जिहड़ा गुरु ग्रंथ साहब का, वो श्री जपजी साहब जी का पाठ है। जो जपजी साहब के पाठ नूं मन करके चित करके विचार करके पढ़ेगा, उन गुरु ग्रंथ साहब महाराज की बाणी पढ़न विच औखियाई नहीं होएगी। मैं अक्सर कहना वा, बहुत टीके गुरु ग्रंथ साहब के अंदर सब तो ज़्यादा अनमतियां ने भी, इत्थों तक अनमतियां ने भी जपजी साहब के टीके किए हैं, और बहुत गहराई तक के जिन्ने भी कीते ने। मस्कीन साहब कहते हैं, पहला मैं कहता सी ये गलत है, ये ठीक है, पर जदों मैं विचारिया तो मैं कहना जिदी जिदी सोची सी सब ने अपने हिसाब नाल सब ठीक किए हैं। मैं तां इस गल नूं अज जोर दे रहा क्योंकि मुढ़ले सिद्धांत नूं असीं समझना है। तो 4 ਸਰੂਪ गुरु ग्रंथ साहब भी तुहानूं दर्शन हुंदे ने। एक तो हुंदा है एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। ये दर्शन तुहानूं 33 वार होणगे। एक दूजा स्वरूप होर आंदा है, एक ओंकार सतनाम करता पुरख गुर प्रसाद। ये दर्शन तुहानूं इस स्वरूप के 9 वारी होणगे। किन्ने हो गए? 42। एक होर स्वरूप आंदा है, एक ओंकार सतनाम गुर प्रसाद। ये 2 वारी तुहानूं दर्शन होणगे श्री गुरु ग्रंथ साहब महाराज विच। एक होर स्वरूप है, उहदी बहुत महाराज ने वरतों कीती है, एक ओंकार सतगुर प्रसाद। ये 4 स्वरूप जिहड़े ये अखीरला है, ये 523 वार आया है। ते टोटल जे लाइए तो 567 मीनस 567 वारी गुरु ग्रंथ साहब विच इस मूल मंत्र का जिक्र होया है। कोई भी बाणी आरंभ होनी है, राग आरंभ होना है, कोई वार आरंभ होनी है, पौड़ी आरंभ होनी है, गुरु साहब ने भावें भगतां ने बाणी अपनी उचारी है उन्होंने, पर महाराज ने मंगला चरण नूं जरूर ऐड किया है। क्यों किया है? क्योंकि सिख का जिहड़ा मूल सिद्धांत तो ना भटक जाए। अज असी एक तो भटके आ ना, तां ही दूजा भाव लगता है। मैनूं खिमा कर देना, दूजा भाव जो दूजे नाल तां ही प्यार पैंदा है जदों एक दे उत्ते भरोसा घट जाए, एक दे उत्ते आसा घट जाए, या एक दी हैसियत का सानूं पता ना लग सके। ते जिन्ने भी छोटे स्वरूप ने या किसी रूप विच 4 स्वरूप ने, उहदा भाव अर्थ इक्को ही है कि वह परमात्मा एक है, सर्व व्यापक है, उहदे ये गुण ने, पर प्राप्त किने होवे ने? वो गुर प्रसाद, गुरु की किरपा द्वारा। सो इत्थों असी तां मैं थोड़ा जिहा समा लाया कि इहदे विच सानूं इस गल दा ज्ञात हो जाए कि गुरु ग्रंथ साहब दे विच किस तरह महाराज ने बनतर बना के इस नूं वरतों कीती है। सो गुरु महाराज अज बख्शिश करन, प्यार नाल आखो सतनाम श्री वाहिगुरु। हुण आरंभता करने हाँ। पहला अखर जो मन नूं मोहन वाला है, जिहड़ा हर एक सिख दे हिरदे दे विच वसिया होना चाहिए है,
गुरु गोबिंद सिंह महाराज ने भी सखर की वरतों की है। पढ़िया ना हुणे तो प्रसाद चौपाई अकाल उस्तत विचों पातशाही 10वीं परनो आद एक अंकारा, ये भी ओंकार का ही रूप है। एक अंकारा परनो उहदे प्रणाम करो, परनो आद एक अंकारा जल थल मैयल की पसारा आद पुरख अवगत अविनाशी। ये सारी अगों एक अंकार की ही गल की है। तो गुरु नानक पातशाह जी ने महाराज ने पहला अखर जिहड़ा उस परमात्मा के घरों, उस परमात्मा के दर तो जो लैके आए, जिन्हों संसार विच वंडिया, वो सी एक ओंकार कि परमात्मा एक है। पहली गल तो यह असीं बना लीए कि दूजा तीजा नहीं है। देखो कई बार असीं सोचने हाँ कि वो परमात्मा किन्ने ने। महाराज कहते ने अल्लाह पाकं पाक है, शक करो जे दूसर होए। कहने वो तो पाकं पाक है, शक तां करिए जे कोई दूजा उहदे मुकाबले होवे। ते असीं जहन विच ये बिठाइए कि परमात्मा एक है। देखो इस एक ओंकार उच्चारण मैं फिर कह रहे हैं, असी अक्सर पढ़ने एक ओंकार, एक ओंकार, ये सब गलत ने। इनू संधि विछेद करो ना, ये 3 अक्षरां दे सुमेर नाल बनिया है। एक ओंकार, 3 हो गए भाई। एक देखो गुरु नानक पातशाह ने ना एक क्यों लगाया? वो ईड़ी नूं सिहारी पा के कक्के नूं औंकड़ भी पा सकते सन, पर महाराज ने क्यों एका लाया उस ओम दे अगे? क्योंकि ओम है ना जिहड़ा, वो बड़ा पवित्र अखर है। ये बड़ा पुरातन विधानतां दे अंदर बहुत पुराना चलदा आ रहा ओम अखर। कोई भी मतलब शुभ कारज करने होण ना, ते सब तो पहला ओम नूं करदे ने। ये उन्हां दी आस्था है। वो ब्रह्मवाचक भी है। इन्हूं ब्रह्मवाचक का रूप दिता है महापुरुष कहते ने ओम। ये 3 ओम दो भाव ऊड़ा, ऐड़ा ते मम्मा। ओम बई उत्पत्ति करन वाला, पालन वाला, ये उन्हां दी आस्था है, ते मारन वाला। गुरु नानक पातशाह ने कहा जे ये तीनों ही ड्यूटी निभा रहे ने, ते परमात्मा दा विच की काम हो गया? बई ब्रह्मा विष्णु महेश, ये उन्हां दी आस्था है कि ये 3 ने देवते। ब्रह्मा जिहड़ा सृष्टि नूं पैदा करता है, ये सनातन धर्म का ख्याल ने, ते विष्णु इसकी पालना करता है। महेश शिव जी इसनूं फिर नाश करते हैं। उन्हां दा ख्याल है कि परमात्मा एक मां के रूप विच है, ते मां बच्चे नूं पैदा जरूर करती, मारदी नहीं है। पर गुरु नानक पातशाह कहते नहीं, मारे राखे एको आप, मानू के किच ना ही हाथ। ये उन्हां दी सोच है कि 3 शक्तियां ने वो चला रही हैं। जे 3 चला रही हैं तो फिर परमात्मा तो असी अलोप कर दिते। अगे चल के आंदा है ना, एक संसारी एका माई जुगत व्याई 3 चेले परवान। गुरु नानक पातशाह कहते ने कि परमात्मा दी की बख्शिश करके की कहते ने कि माया दी ना किसे जुगती कारण प्रसूति गई, मीनस व्याई गई, माया व्याई गई। एका माई जुगत व्याई, एक जुगती नाल व्याई गई। 3 चेले परवान, उहदे माया दे घर 3 पुत्र पैदा हुए। इस तरह सौखे अखरां च समझ लो, एका माई जुगत व्याई 3 चेले परवान, एक संसारी एक भंडारी एक लाए दीवान। भाई एक तो संसार की उत्पत्ति करता है, एक पालना करता है, तो एक दीवान लगाता है, भाव मौत नूं संघार करता है। एक संसारी एक भंडारी एक लाए दीवान। महाराज कहते ने जीव तिस भाव है, ये महाराज दे ख्याल है। तिवे चलावे जी होवे फरमान। जिवें उस परमात्मा नूं पांदा वो ये 3 नूं चला रहा है, ये अपने आप नहीं चल रहे। मनु खिमा कर देना, कोई एक ब्रह्मा थोड़ी है, एक विष्णु थोड़ी है। हुणे पढ़ के आया, कोट इंद्र उपिंद्र बनाए, ब्रह्मा रुद्र पाए खपाए, करोड़ों इंद्र बनाए ने उन्हें।
ਕਿਹੜੇ ਇੰਦਰ ਦੀ ਗੱਲ ਕਰ ਰਿਹਾ? ਕਿਸੇ ਨੇ ਕਿਹਾ ਜੀ ਮੈਂ ਬ੍ਰਹਮਾ ਦੀ ਗੱਲ ਕਰ ਰਿਹਾ। ਤੇ ਮਹਾਰਾਜ ਕਹਿੰਦੇ ਕਿਹੜੇ ਬ੍ਰਹਮਾ ਦੀ ਗੱਲ ਕਰ ਰਹੇ ਆ? ਇਹ ਹੁਣੇ ਪੜਿਆ ਨਾ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤੁਸੀਂ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਦ ਕਰਮੀ ਕਰਮੀ ਹੋਏ ਵਿਚਾਰ। ਅੱਗੇ ਚੱਲ ਕੇ ਕਹਿੰਦੇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਬੈਸੰਤਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ। ਇਹ ਕਿਤਨੇ ਹੀ ਬ੍ਰਹਮੇ ਹੋਏ ਨੇ, ਕਿਤਨੇ ਹੀ ਵਿਸ਼ਨੂੰ ਹੋਏ ਨੇ, ਕਿਸ ਬ੍ਰਹਮੇ ਦੀ ਗੱਲ ਕਰ ਰਹੇ ਆ? ਤੇ ਮਹਾਰਾਜ ਕਹਿੰਦੇ ਨੇ ਮੈਂ ਤੈਨੂੰ ਕਿਸੇ ਸ਼ਰੀਰਾਂ ਨਾਲ ਜੋੜਨ ਨਹੀਂ ਆਇਆ, ਮੈਂ ਇੱਕ ਦੇ ਨਾਲ ਜੋੜਨ ਆਇਆ। ਦੇਖੋ ਇਹ ਜਿਤਨੇ ਵੀ ਦੇਵਤੇ ਹੋਏ ਨੇ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਹਾਜ਼ ਨਹੀਂ ਕੀਤਾ ਸਚਾਈ ਲਿਖਣ ਵਿੱਚ। ਇਹ ਹੁਣੇ ਪੜ੍ਹਿਆ ਤੁਸੀਂ, ਮਾਨਵ ਇੰਦਰ ਗਜਿੰਦਰ ਨਰਾਦਪ ਜੋਨ त्रिलोक को राज करेंगे कोट स्नान गजात गदान अनेक सोमबर साज बरेंगे ब्रह्म महेश्वर विष्णु सचीपत अंत फसे जम फास परेंगे। अंत वेले ना ब्रह्मा भी फाई दे विच पिया जे, ਜੂਰੀਆਂ ਦੇ ਵਿੱਚ ਆਇਆ ਹੈ, ਉਹ ਵੀ ਜਮਾਂ ਦੇ ਵਸ ਆਇਆ ਹੈ। ਮੈਂ ਨਹੀਂ ਕਹਿ ਰਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਕਹਿ ਰਹੀ ਹੈ। ਜਿਨ੍ਹਾਂ ਨੂੰ ਤੁਸੀਂ ਦੇਵਤਿਆਂ ਨੂੰ ਰੱਬ ਸਮਝਦੇ ਪਏ ਹੋ ਨਾ, ਮਹਾਰਾਜ ਕਹਿੰਦੇ ਨੇ ਬ੍ਰਹਮਾ ਵਿਸ਼ਨੂੰ ਮਹੇਸ਼ शिव जी, ब्रह्मा विष्णु महेश, ब्रह्मा विष्णु महेश विष्णु सच्चीपत। सच्चीपत भाव की सच्ची दा पति कौन हो गया? इंद्र। अंत फसे जम फास परेंगे। अंत वेले उन्होंने भी फाई विच परना पिया। उन्होंने भी कुकर्म ऐसे सन, ब्रह्मा वर्गे इंद्र जिन्हों ने अपनिया धियां दे उत्ते भी भैड़ी नज़र रखी। महाराज कहते तुसीं इन्हां नूं देवते कह के मुखातब कर रहे हो, अंत वेले ते ये भी फाई विच पे ने। और इन्हां भी देत धारी है ना इन्हां ने। जे नरसरी पद के प्रस है पगते नर फेर ना देह धरेंगे। वाह! महाराज कहते ने श्रीपत वो परमात्मा, श्री भाव माया दा पति कौन है? माया दा पति माया रब है। उस रब नूं त्याग। जे नरसरी पद के प्रस है पगते नर फेर ना देह धरेंगे। जे तू परमात्मा नूं खाली ध्याएंगा ना, इके नूं जिहड़ा एका लाया, महाराज कहते ने देह दे विच तू फिर जन्म नहीं लेगा। महाराज ने किसी देवतियां नाल नहीं जोड़िया, तां एका ला दिता और गिनती दा एका लाया। जे एक ला देंदे ना ते कई साडे वर्गे ऐसे आ जाते ते एक दे भी अर्थ दूजे कर देंदे। महाराज ने गिनती दा एक मैथ सा एक लाया। देखो मैथ्स दे अंदर कदी कोई चेंज नहीं होंदा। जे दो सी ना पुरातन समय च, अज भी एक ते एक दो ही है। जे चार ने ते तीन एक चार, या दो दो चार, चार का मतलब चार ही है। देखो गुरबाणी विच एक लिखिया आवे ना, पढ़न विच एक ही है। जे ईड़े नूं सिहारी कक्के नूं औंकड़, इहदा मतलब है एक है। उहदा मतलब हुंदा सबना जियां का एक दाता। हुण एक जगह होर भी आंदा है, ईड़े नूं सिहारी ते कक्के नूं भी सिहारी है। पढ़न विच ओह भी एक है, पर उहदा मतलब है अनेक ने। एक दाते एक भिखारी जी सब तेरे चोज विडाना। कई दाते बने ने, कई महाराज इत्थे कई दा अखर है। सो गुरु नानक पातशाह ने एका लगा के ये सानू दस दिता कि कोई भुलेखे विच ना रहना। महाराज ने देखो संख्या लिख दी है, वर्ड नहीं लिखिया एक, कि वो परमात्मा एक है। ओम, ओम ब्रह्मवाचक है। देखो जेड़े ते देवी देवतियां नूं मनदे ने, हुण देखो ब्रह्मा दे मंदिर तुहानूं कित्थे बहुत घट मिलणगे, क्योंकि वो पैदा करदा, उन्होंने क्या पैदा किया छड्ड दिता। हुण इहनूं किने, जिन्हें पैदा करता उन्होंने कौन पुछदा? जिहड़ा पालना कर रहा विष्णु, थोड़े जे बातें मंदिर मिलणगे। पर तुहानूं हिंदुस्तान दे विच शिव जी दे मंदिर बड़े मिलणगे, क्योंकि मौत तो हर कोई डरदा है, उहदे त्रिशूल तो हर कोई डरदा है। तो गुरु साहब कहते ने भाई ये तीनों शक्तियां भी उहदे अधीन ने। वो भी आपने जीव तिस भावे तीवे चलावे जीव होवे फुरमान। जिवें परमात्मा दा फुरमान हुक्म आर्डर होंदा है, ये उवें चलदियां ने। तो फिर जियां दे हथ की है? कुछ भी नहीं है। सब किछ तुमरे हाथ प्रभ आप करे कराए। और जिवें उहदे हथ च वो सब उवें चला रहा है। दाते दात रखी हथ अपने जिस भावें तिस दे। किसी दे हथ कुछ नहीं।
ਤੂੰ ਕਿਹੜੇ ਦੇਵਤਿਆਂ ਨੂੰ ਕਰ ਰਿਹਾ ਹੈ? ਮਹਾਰਾਜ ਕਹਿੰਦੇ ਨੇ ਇੱਕ ਓੰਕਾਰ। ਕਿੰਨੇ ਦੇਵਤਿਆਂ ਨੂੰ ਮੰਨੇਗਾ? ਦੇਖੋ ਇੱਕ ਗੱਲ ਹੋਰ, 33 ਕਰੋੜ ਦੇਵਤੇ ਨੇ। ਹੁਣ ਇੱਕ ਨੂੰ ਮਨਾ ਲੋਗੇ ਕਿ 33 ਨੂੰ ਮਨਾਓਗੇ? 33 ਕਰੋੜ ਨੂੰ? ਮੈਨੂੰ ਇਸ ਗੱਲ ਦਾ ਜਵਾਬ ਦੇਵੋ। ਜਾਂ ਤਿੰਨਾਂ ਨੂੰ ਮਨਾਓਗੇ? ਤਿੰਨ ਨੂੰ ਮਨਾਣਾ ਸੌਖਾ ਕਿ ਇੱਕ ਨੂੰ ਮਨਾਣਾ ਸੌਖਾ? ਵਿਚਾਰ ਹੈ। ਇਹ ਕੋਈ ਮੈਂ ਪੜ੍ਹ ਕੇ ਸੁਣ ਕੇ ਨਹੀਂ ਕਹਿ ਰਿਹਾ, ਮੈਂ ਵੈਸੇ ਇੱਕ ਵਿਚਾਰ ਕਰ ਰਿਹਾ। ਇੱਧਰ 3 ਬੰਦੇ ਜਾਂ ਕਰੋੜਾਂ ਦੇ ਵਿੱਚ ਖੜੇ ਹੋਣ, ਇੱਧਰ ਇੱਕ ਖੜਾ ਹੋਵੇ, ਤੁਸੀਂ ਕਿਹਨੂੰ ਮਨਾਓਗੇ? ਜਲਦੀ ਕਿਹਨੂੰ ਮਨਾ ਸਕਦੇ ਹੋ? ਇੱਕ ਨੂੰ। ਹੁਣ ਦੇਖੋ ਇੱਕ ਪਰਿਵਾਰ ਹੈ, 10 ਜੀ ਨੇ ਉਸ ਘਰ ਵਿੱਚ, ਉਹ 10 ਦੇ ਦੇਵਤਿਆਂ ਨੂੰ ਮੰਨਦੇ ਨੇ। ਇੱਕ ਕਿਸੇ ਦੇਵਤੇ ਨੂੰ ਮੰਨ ਰਿਹਾ, ਇੱਕ ਕਿਸੇ ਦੇਵਤੇ ਨੂੰ ਮੰਨ ਰਿਹਾ, ਦੂਜਾ ਕਿਸੇ ਦੇਵਤੇ ਨੂੰ ਮੰਨ ਰਿਹਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸਭ ਇਹਨਾਂ ਦੇ ਅਧੀਨ ਨੇ। ਕੋਈ ਸੂਰਜ ਦੀ ਪੂਜਾ ਕਰ ਰਿਹਾ, ਕੋਈ ਚੰਦਰਮਾ ਦੀ ਕਰ ਰਿਹਾ, ਕੋਈ ਪਿੱਪਲ ਦੇ ਪੇੜ ਦੀ ਕਰ ਰਿਹਾ। ਮਹਾਰਾਜ ਕਹਿੰਦੇ ਨੇ ਮੈਂ ਤੇ ਤੈਨੂੰ ਉਹਦੀ ਪੂਜਾ ਕਰਾਣੀ ਹੈ, ਇੱਕ ਦੀ। ਨਮੋ ਸੂਰਜ ਸੂਰਜੇ, ਜਿਹਨੇ ਸੂਰਜਾਂ ਨੂੰ ਵੀ ਬਣਾਇਆ, ਸੂਰਜ ਦੇ ਵੀ ਬਣਾਉਣ ਵਾਲਾ। ਦੇਖੋ ਸੂਰਜ ਹੈ ਨਾ, ਸੂਰਜ ਦੇ ਪਿੱਛੋਂ ਜੇ ਲਾਈਟ ਹੀ ਰੱਬ ਖਿੱਚ ਲਵੇ, ਸੂਰਜ ਨਿਕਲ ਸਕਦਾ ਸਵੇਰੇ ਆਪਣੇ ਆਪ? ਉਹ ਆਪਣੀ ਮਰਜ਼ੀ ਨਾਲ ਨਹੀਂ ਨਿਕਲਦਾ ਕਿ ਅੱਜ ਮੇਰਾ ਦਿਲ ਨਹੀਂ ਕਰ ਰਿਹਾ, ਅੱਜ ਮੈਨੂੰ ਆਲਸ ਹੈ, ਜਿਸ ਤਰ੍ਹਾਂ ਸਾਨੂੰ ਆਲਸ ਹੈ ਅੱਜ ਮੈਂ ਨਹੀਂ ਉੱਠਣਾ। ਨਹੀਂ, ਇਹ ਸਭ ਅਧੀਨ ਨੇ, ਇਹ ਸਭ ਭਾਣੇ ਵਿੱਚ ਨੇ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਕਾਰ, ਭੈ ਵਿੱਚ ਧਰਤੀ ਦੱਬੀ ਪਾਰ। ਅੱਗੇ ਚੱਲ ਕੇ ਮਹਾਰਾਜ ਕਹਿੰਦੇ ਨਾ, ਭੈ ਵਿੱਚ ਚੰਦ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਇਹ ਸਭ ਭੈ ਵਿੱਚ ਨੇ, ਇਹਨਾਂ ਦਾ ਆਪਣੀ ਕੋਈ ਪਾਇਆ ਨਹੀਂ ਜੇ। ਇਹ ਆਪਣੀ ਮਰਜ਼ੀ ਨਾਲ ਨਹੀਂ ਨਿਕਲਦੇ ਤੇ ਮਰਜ਼ੀ ਨਾਲ ਛੁਪਦੇ ਨੇ। ਇਹ ਪਰਮਾਤਮਾ ਦੀ ਮਰਜ਼ੀ ਨਾਲ ਨਿਕਲਦੇ ਨੇ ਤੇ ਪਰਮਾਤਮਾ ਦੀ ਮਰਜ਼ੀ ਨਾਲ ਛਿਪਦੇ ਨੇ। ਨਮੋ ਸੂਰਜ ਸੂਰਜੇ। ਮਹਾਰਾਜ ਕਹਿੰਦੇ ਨੇ ਫਿਰ ਮੈਂ ਤੁਹਾਨੂੰ ਸੂਰਜ ਨਾਲ ਕਿਉਂ ਜੋੜਾਂ? ਮੈਂ ਤੇ ਜਿਹਨੇ ਸੂਰਜ ਨੂੰ ਬਣਾਇਆ ਮੈਂ ਉਹਦੇ ਨਾਲ ਜੋੜਨਾ ਚਾਹੁੰਦਾ ਤੁਹਾਨੂੰ, ਜਿਹਨੇ ਚੰਦਰਮਾ ਨੂੰ ਬਣਾਇਆ। ਨਮੋ ਸੂਰ ਸੂਰਜੈ, ਨਮੋ ਚੰਦ ਚੰਦਰੇ, ਨਮੋ ਭਾਨ ਪਾਣੇ, ਨਮੋ ਮਾਨ ਮਾਣੇ, ਨਮੋ ਇੰਦਰੇ। ਦੇਖੋ ਮਹਾਰਾਜ ਨੇ ਉਹਨੂੰ ਨਮਸਕਾਰ ਕੀਤੀ ਹੈ। 33 ਕਰੋੜਾਂ ਨੂੰ, ਇੰਨੇ ਦੇਵਤਿਆਂ ਨੂੰ ਮਨਾਉਣ ਤੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੈਂ ਚਾਹੁੰਦਾ ਤੂੰ ਇੱਕ ਨੂੰ ਹੀ ਮਨਾ ਲੈ, ਤੂੰ ਇੱਕ ਦਾ ਉਪਾਸਕ ਬਣ ਜਾ। ਮੈਂ ਤੈਨੂੰ, ਤੇਰੀ ਬਿਰਤੀ ਨੂੰ ਖਿਲਾਰਨਾ ਨਹੀਂ ਚਾਹੁੰਦਾ ਕਿ ਇਹਦਾ ਵੀ ਧਿਆਨ ਰੱਖ, ਉਹਦਾ ਸਤਿਕਾਰ ਕਰ। ਇਹ ਸਭ ਸਤਿਕਾਰ ਯੋਗ ਨੇ। ਕਿਸੇ ਨੂੰ ਇਹ ਨਾ ਕਹੇ, ਮਾੜਾ ਨਾ ਕਹਿ, ਕਿਸੇ ਨੂੰ ਨਿੰਦ ਨਾ, ਗਲਤੀ ਨਾਲ ਵੀ ਕਿਸੇ ਨੂੰ ਨਾ। ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇਡ ਨਾ ਕੋਏ, ਜਿਉਂਦਾ ਪੈਰਾਂ ਥੱਲੇ ਮੋਇਆ ਉੱਪਰ ਹੋਏ। ਗਲਤੀ ਨਾਲ ਵੀ ਫਰੀਦਾ ਖਾਕ, ਮਿੱਟੀ ਦੀ ਵੀ ਨਿੰਦਾ ਨਾ ਕਰ ਤੂੰ। ਇਹਨਾਂ ਦੇਵਤਿਆਂ ਦੀ ਤੇ ਨਿੰਦਾ ਗੱਲ ਦੂਰ ਦੀ ਰਹੀ। ਫਰੀਦ ਸਾਹਿਬ ਕਹਿੰਦੇ ਨੇ ਗਲਤੀ ਨਾਲ ਮਿੱਟੀ ਦੀ ਵੀ ਨਿੰਦਾ ਨਾ ਕਰ। ਜਿਸ ਮਿੱਟੀ ਤੇ ਤੂੰ ਚੱਲ ਰਿਹਾ, ਉਹਦੀ ਨਿੰਦਾ ਕਰ ਰਿਹਾ, ਇੱਕ ਦਿਨ ਮਰੇਗਾ ਨਾ, ਇਹ ਮਿੱਟੀ ਤੇਰੇ ਉੱਪਰ ਪੈ ਜਾਣੀ ਹੈ। ਤਾਂ ਗੁਰੂ ਸਾਹਿਬ ਨੇ ਏਕਾ ਲਾ ਕੇ ਸਾਡੀਆਂ ਸੁੱਤੀ ਹੋਈ, ਮੋਈ ਹੋਈ ਆਤਮਾ ਨੂੰ ਜਗਾ ਦਿੱਤਾ, ਭਰਮ ਹੀ ਕੱਢ ਦਿੱਤਾ। ਹੁਣ ਜਿਹੜੀ ਇੱਕ ਪਤਨੀ ਇੱਕ ਪਤੀ ਦੀ ਬਣੇਗੀ, ਉਸ ਸੰਸਾਰ ਵਿੱਚ ਤੇ ਉਸ ਪਰਮਾਤਮਾ ਦੇ ਘਰ ਸ਼ੋਭਾ ਪਾਏਗੀ। ਔਰ ਜਿਹੜੀ ਪਤਨੀ 4 ਥਾਈਂ ਝਾਤ ਮਾਰੇਗੀ, ਉਹਨੂੰ ਦੁਹਾਗਨ ਵੀ ਕਿਹਾ, ਉਹ ਸੁੱਖ ਨਹੀਂ ਪਾਏਗੀ ਤੇ ਸੰਸਾਰ ਵਿੱਚ ਵੀ ਉਹਨੂੰ ਸ਼ੋਭਾ ਨਹੀਂ ਮਿਲੇਗੀ। ਸਾਡਾ ਪਤੀ ਪਰਮੇਸ਼ਰ ਕੌਣ ਹੈ? ਦੈਟ ਇਜ਼ ਰੱਬ, ਵਾਹਿਗੁਰੂ, ਜਿਹੜਾ ਸਾਰਿਆਂ ਦਾ ਹੈ। ਔਰ ਇਸ ਕਰਕੇ ਮਹਾਰਾਜ ਨੇ ਏਕਾ ਲਾਇਆ, ਇੱਕ ਓੰਕਾਰ। ਉਹ ਪਰਮਾਤਮਾ, ਓਮ ਦਾ ਭਾਵ ਬ੍ਰਹਮ, ਵਿਚਾਰ ਬ੍ਰਹਮ ਵਾਚਕ ਹੈ। ਇਹ ਪਰਮਾਤਮਾ ਹੈ ਇੱਕ ਹੈ। ਹੁਣ ਉੱਤੇ ਇੰਜ ਲਾਈਨ ਪਾ ਦਿੱਤੀ, ਕਾਰ, ਇੱਕ ਪਰਮਾਤਮਾ ਹੈ। ਕਾਰ ਤੋਂ ਭਾਵ ਉਹ ਸਾਰਿਆਂ ਵਿੱਚ। ਇਹ ਨਹੀਂ ਕਿ ਮੇਰੇ ਵਿੱਚ ਤੇ ਤੁਹਾਡੇ ਵਿੱਚ ਨਹੀਂ ਹੈ, ਜਾਂ ਤੁਹਾਡੇ ਵਿੱਚ ਤੇ ਮੇਰੇ ਵਿੱਚ ਨਹੀਂ। ਉਹ ਸਭ ਦੇ, ਹਰ ਇੱਕ ਦੇ ਵਿੱਚ ਹੈ। ਦੇਖੋ ਮੁਸਲਮਾਨ, ਇਸਲਾਮ, ਇੱਕ ਗੱਲ ਤੇ ਸਾਡੇ ਨਾਲ ਮਿਲਦੀ ਹੈ ਉਹਨਾਂ ਦੀ। ਉਹ ਕਹਿੰਦੇ ਨੇ ਅੱਲਾ ਇੱਕ ਹੈ। ਮੈਂ ਕਹਿੰਦਾ ਠੀਕ ਹੈ। ਤੁਸੀਂ ਵੀ ਕਹਿੰਦੇ ਹੋ ਅੱਲਾ ਰੱਬ ਇੱਕ ਹੈ, ਇਹ ਗੱਲ ਠੀਕ ਹੈ। ਪਰ ਇੱਕ ਜਗ੍ਹਾ ਤੇ ਉਹ ਟਪਲਾ ਖਾ ਜਾਂਦੇ ਨੇ। ਉਹ ਕਹਿੰਦੇ ਨੇ ਅੱਲਾ ਤੇ ਇੱਕ ਹੈ,
पर वो व्यापक कित्थे वे? वो मक्के विच है। दखण देश हरी का बासा, वो पश्चिम अल्लाह मुकामा। हिंदू लोग कहते हैं कि जिहड़ा रब है ना वो जगन्नाथपुरी कह लो दखण वाल है, सिर्फ उत्थे रहिंदा है। ते मुसलमान वीर कहते हैं जिहड़ा साडा अल्लाह है ना, जिहड़ा एक है। देखो मुहम्मद साहब नूं तो मनदे ने, हजरत मुहम्मद नूं मनदे ने, एक है। वो गल बड़ी गुरु नानक पातशाह ने भी कहा एक है, पर नवेकला गुरु नानक दा देखो सर्व व्यापक वाली गल। गुरु नानक पातशाह दा नवेकला एक सिद्धांत की है, वो कहते हैं सर्व व्यापक है। वो कहते हैं अल्लाह जिहड़ा मसीद विच मक्के विच होर किधरे नहीं। अल्लाह एक मसीद बसत है। कबीर साहब कहते हैं अल्लाह एक मसीद बसत है, अवर मुल्क किस केरा। तो फिर कबीर साहब कहते हैं जे अल्लाह तुहाडा पश्चिम विच रहिंदा मक्के विच, ते बाकी जगह ते कौन कर रहा है? बाकी जगह ते कौन इस धरती नूं चला रहा है? जे हिंदू वीर सनातन धर्म कहते हैं जे दखण विच हरी रहिंदा है तो बाकी दिशावां विच कौन चला रहा है? वाह, सोचण वाली गल है। गुरु नानक पातशाह कहते नहीं, उन्होंने कार पा दी, वो सारी जगह व्यापक है। नामदेव जी ने तो इत्थों तक कहता क्या ना, हिंदू अन्ना तुर्कू काना दूहां ते ज्ञानी सियाणा। मैं पूछया नामदेव जी को, नामदेव जी तुसी हिंदू नूं अन्ना क्यों कह दिता, मुसलमान नूं काना क्यों कह दिता? सोचण वाली गल है। दोहां ते ज्ञानी सियाणा, ते ज्ञानी कौन है? ते गुरु ग्रंथ साहिब दे जद तुसी प्यार विच बेनती करके गुरु साहिब कोलों पुछोगे ना, ते गुरु साहिब जवाब देणगे। नामदेव जी दे रूप विच जवाब दिता, कहण लगे हिंदू तां अन्ना है कि पहली अख ते उदों इन्हें बंद कर लई जद एक दी बजाए करोड़ां नूं रब मान लिया। ये अख ते उदों एक बंद हो गई, दूजी अख तद बंद हो गई। वैसे तो कई विद्वानों ने यह भी कहा कि उन्हें कहा जी सिर्फ हरी दखण वाल रहिंदा है, तो किसी ने विद्वानों ने दूजा कारण यह भी दसिया कि इन्होंने अपने रब दियां हासे व्यंगी रचनावां भी करके ते रब दा मखौल उड़ाया है। इस करके हिंदू दियां दोनों अखां बंद ने। भाई तुर्कू काना, तुर्कू ये क्यों काने ने इस्लाम वाले? नामदेव जी कहते हैं एक अख ते इन्हां दी खुल गई, जिहड़ी कहते हैं अल्लाह एक है। पर कमाल की गल है दूजी अख तां बंद है, इन्होंने भी ना अल्लाह नूं कहा कि एक जगह ते डब्बी बना के रख दिता कि अल्लाह सिर्फ ते सिर्फ मक्के वाल है। देखो कभी भी सिजदा करते हैं ना, ये पश्चिम वाल करते हैं। गुरु नानक पातशाह ने कहा नहीं, जै जै देखो तै हजूर, दूर कतहू ना जाई, रव रहा सर्वत्र में मन सदा ते आई। वो तो हर जगह ते वे, वो कार सर्व व्यापक है, एक रस है। जे अज ये असी इत्थे बैठे हाँ गुरु ग्रंथ साहिब दे, कोई अमेरिका विच वीर जी वर्गे या होर प्यारे बैठे ने, तो उत्थे कौन चला रहा है? उत्थे भी तो रब ही चल रहा है, इत्थे भी रब है। उत्ते जरे जरे देवे घट घट में अरजू बसै। ते तां नामदेव जी कहते ने हिंदू अन्ना तुर्कू काना दूहां ते ज्ञानी सियाणा। दोहां तो ज्ञानी, ज्ञानी तो भाव ये नहीं कि जिन्हें सिरी साहब पाई है या पंज ककार, वो तो ज्ञानी है ही है, पर ज्ञानी वो भी है भावें किसे धर्म दा होवे जिन्हों ब्रह्म दा ज्ञान हो गया है, जिन्हों इस चीज़ का ध्यान हो गया कि अल्लाह एक जगह ते नहीं है, अल्लाह सारिया जगह ते व्यापक है। उन्हों का सिद्धांत मिलता है अल्लाह एक है, असी भी कहने अल्लाह एक है। पर गुरु नानक पातशाह का यह नवेकला सिद्धांत गुरु साहब ने संसार विच प्रगट किया। है दुनिया के लोगों, हे भले लोगों, ध्यान रखो, वो एक ओंकार, वो एक परमात्मा है और सर्व व्यापक है। वो जरे जरे विच देच है, कोई जगह ऐसी नहीं। सबे घट राम बोले, रामा बोले, राम बिना को बोले। राम तो बगैर तो कोई घट है ही नहीं। तुसी राम नू या अल्लाह नू एक जगह ते ना बंद के रखो, वो ते सारिया जगह ते है। वो ते जड़ जुनिया विच भी है, वो ते पेड़ पौधियां विच वनस्पति विच ही है, वो पहाड़ कोई जुनिया विच है उन्हां विच भी है, नदियां बह रही ने उन्हां विच भी है। वो किहड़े घट विच नहीं है,
ਉਹ ਹਰ ਜਗ੍ਹਾ ਹੈ। ਉਹਦੀ ਸਿਜਦਾ ਤੇ ਹਰ ਵੇਲੇ ਕਿਸੇ ਰੂਪ ਵਿੱਚ ਕਿੱਥੇ ਮੁਖ ਕਰਕੇ ਵੀ ਤੁਸੀਂ ਕਰ ਸਕਦੇ ਹੋ। ਤੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਸਮਝਾਇਆ ਕਿ ਉਹ ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਇੱਕ ਰਸ ਹੈ, ਅਦੁੱਤੀ ਸ਼ਕਤੀ ਹੈ, ਜਿਹਦੇ ਮੁਕਾਬਲੇ ਕੋਈ ਵੀ ਨਹੀਂ ਹੈ। ਅੱਜ ਅਸੀਂ ਇਹ ਸਮਝਣ ਦਾ ਯਤਨ ਕੀਤਾ ਹੈ ਕਿ ਆਪਣੀ ਸੋਚ ਮੰਡਲ ਵਿੱਚ ਸਭ ਦਾ ਸਤਿਕਾਰ ਕਰੀਏ, ਪਰ ਪਰਮਾਤਮਾ ਇੱਕ, ਉਹਦੇ ਬਗੈਰ ਹੋਰ ਕੋਈ ਨਹੀਂ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਤੇਰਾ ਜੋੜ ਤੇਰੀ ਮਨ ਟੇਕ, ਜਪ ਨਾਨਕ ਸਦਾ, ਜਪ ਨਾਨਕ ਸਦ ਏਕ। ਉਹ ਇੱਕ ਹੈ, ਉਹਦੀ ਅਸੀਂ ਉਪਾਸਨਾ ਕਰਨੀ ਹੈ। ਇੱਕ ਤੋਂ ਇਲਾਵਾ ਸਤਿਕਾਰ ਸਭ ਦਾ ਕਰਨਾ ਹੈ, ਸਭ ਨੂੰ ਕਿਸੇ ਦੀ ਨਿੰਦਾ ਨਹੀਂ ਕਰਨੀ, ਲੇਕਿਨ ਅਸੀਂ ਪਰਮਾਤਮਾ ਦੇ ਉਪਾਸਕ ਹੋਣਾ ਹੈ। ਉਹ ਹੈ ਸਾਡਾ ਅਕਾਲ ਪੁਰਖ ਵਾਹਿਗੁਰੂ, ਉਹ ਹੈ ਸ਼ਬਦ। ਅੱਗੇ ਚੱਲ ਕੇ ਫਿਰ ਗੁਰੂ ਨਾਨਕ ਪਾਤਸ਼ਾਹ ਇਸ ਪਰਮਾਤਮਾ ਦੇ ਗੁਣ ਕਿਹੜੇ ਨੇ, ਫਿਰ ਅੱਗੋਂ ਸਿੱਧਾ ਨੇ ਸਵਾਲ ਕੀਤਾ ਸੀ, ਜੇ ਤੁਸੀਂ ਕਿਹਾ ਇੱਕ ਹੈ, ਸਰਬ ਵਿਆਪਕ ਹੈ, ਉਹ ਸਾਰਿਆਂ ਦੇ ਵਿੱਚ ਹੈ, ਤੇ ਫਿਰ ਉਹ ਪਰਮਾਤਮਾ ਦੇ ਨਾਮ ਕੀ ਨੇ? ਪਰਮਾਤਮਾ ਵੈਰ ਵੀ ਕਰਦਾ ਹੈ। ਪਰਮਾਤਮਾ ਦੀਆਂ ਉਹ ਸਾਰੀਆਂ ਗੱਲਾਂ ਪੁੱਛੀਆਂ ਤੇ ਮਹਾਰਾਜ ਨੇ ਇੱਕ ਇੱਕ ਕਰਕੇ ਉਹਨਾਂ ਦੇ ਜਵਾਬ ਦਿੱਤੇ। ਇਹ ਸਾਰੇ ਗੁਣ ਫਿਰ ਅੱਗੋਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ, ਉਹ ਦਾਸ ਦੀਆਂ ਨੇ, ਖਿਮਾ ਕਰ ਦੇਣਾ। ਪਰ ਅੱਜ ਤੋਂ ਬਾਅਦ ਅਸੀਂ ਇੱਕ ਦੇ ਅੱਗੇ ਮੱਥਾ ਟੇਕਣਾ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਬਸ ਇਹ ਮਾਨੀ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਨੇ, ਜਲ ਥਲ ਮਈਲ ਸੋਏ। ਉਹ ਜਲ ਦੇ ਵਿੱਚ, ਥਲ ਵਿੱਚ, ਮਈਲ ਆਕਾਸ਼ ਵਿੱਚ, ਸਭ ਜਗ੍ਹਾ ਹੋਈ ਹੋਈ ਹੈ। ਕੋਈ ਜਗ੍ਹਾ ਐਸੀ ਨਹੀਂ ਹੈ ਜਿੱਥੇ ਪਰਮਾਤਮਾ ਨਹੀਂ ਹੈ। ਤਾਂ ਮਹਾਰਾਜ ਬਖਸ਼ਿਸ਼ ਕਰਨ, ਅਸੀਂ ਇਸ ਸਿਧਾਂਤ ਨੂੰ ਹਿਰਦੇ ਵਿੱਚ ਵਸਾ ਕੇ ਦੇਖੋ, ਤੁਹਾਨੂੰ ਫਿਰ ਕਿਸੇ ਦੇ ਅੱਗੇ ਝੁਕਣ ਦੀ ਲੋੜ ਹੀ ਨਹੀਂ ਪਏਗੀ। ਫਿਰ ਤੁਹਾਨੂੰ ਕਿਸੇ ਦੇ ਅੱਗੇ ਮੰਗਣ ਦੀ ਵੀ ਲੋੜ ਨਹੀਂ ਪੈਣੀ। ਮੰਗੂ ਕਾਹੇ ਰੰਕ ਸਭ ਦੇਖੋ, ਮੈਂ ਤੇ ਵੇਖਾਂਗਾ ਫਿਰ ਸਾਰੇ ਹੀ ਮੰਗਤੇ ਨੇ ਰੱਬ ਦੇ ਘਰ ਦੇ ਭਾਈ। ਕੋਈ ਵੀ ਦਾਤਾ ਨਹੀਂ ਹੈ, ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ। ਉਹ ਦਾਤਾ ਇੱਕੋ ਹੀ ਹੈ, ਉਹ ਵੇ। ਉਸ ਪਰਮਾਤਮਾ ਦਾ ਨਾਮ ਜਪੀਏ। ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ, ਦਾਸਤੀਆਂ ਨੇ, ਖਿਮਾ ਕਰ ਦੇਣਾ, ਅਸੀਸ ਬਖਸ਼ਣਾ, ਕਥਾ ਕਰਨ ਦੀ ਜਾਚ ਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।